श्री वाहेगुरु साहिब जी। निके गुण गाओ मिटही रोग, मुख उजल मन निर्मल होई है। तेरो रह इहा उहा लोग रहाओ, चरण पुकार करो गुर सेवा। मन है चरा भोग, छोड़ आपत बात अहंकारा। मान सोई जो हो संत टहल सोई है लगा। जिस मस्तक लिखिया लिखोग, कहो नानक एक बिन दूजा। और ना करण जोग, सो होटल गुर सेविया ऐन सुभाय। दर्शन परसे गुरु कै, जन्म मरण दुख जाय। होए सिफत खसम दी, नूर अर्शों पुरशों झटिया। तुद डिठे सच्चे पातशाह, मल जन्म जन्म दी कटी है। सतनाम श्री वाहेगुरु साहिब जी। टोडी महला पंजवा। सतगुर आयो शरण तुहारी, मिलै सुख नाम हर सुबा। चिंता लाहे हमारी, सतगुर आयो शरण तुहारी। मिलै सुख नाम हर सुबा। चिंता लाहे हमारी रहाओ, और न सूझे दूजी ठाहर। हार पर्यो तो द्वारी, लिखा शोर अलिखै छूटे। हम निर्गुण लेहो उबारी, सद बख्शंद सदा मेहरबाना। सबना दे आधारी, नानक दास संत पाशे परे हो। राख लेहो एह बारी, सद बख्शंद सदा मेहरबाना। सबना दे आधारी, नानक दास संत पाशे पर्यो। राख लेहो यही बारी। वाहिगुरू जी का खालसा, वाहिगुरू जी की फतेह। प्यारे गुरु जी मुबारक बचन हुक्मनामा आप जियां ने सरवण कीता है। धन धन साहिब श्री गुरु रामदास पातशाह जियां दी पावन पवित्र दरबार तो अज का जो हुक्मनामा है, जो सतगुरु साडी दी बख्शिश कर रहे हैं, रहमत कर रहे हैं, सानू जिंदगी दे विच ढालण वास्ते बख्शिश कीती है। साडे ते रोज़मर्रा की जिंदगी दे विच प्यारे सानू उपदेश मेरे सतगुरु बख्शिश करते हैं, रहमत करते हैं कि जीवन दे विच किवें चलना है, असीं सेध किवें लैनी है। गुरबाणी की सेध लैके गुरु के चरणों के नाल जुड़ करके सतगुरु के उपदेश को कमा करके ये प्यारे तां भी असीं सुखरू हो सकते हाँ। ये जो शब्द है धन धन साहिब श्री गुरु ग्रंथ साहिब महाराज जियां दे अंदर 713 अंक ते सुभाईमान है। पंचम गुरदेव धन गुरु अर्जन देव महाराज जी का पावन पवित्र उपदेश
ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਟੋਡੀ ਰਾਗ ਦੇ ਵਿੱਚ ਸਤਿਗੁਰਾਂ ਦਾ ਹੁਕਮ ਹੈ ਕਿ ਇਹ ਸ਼ਬਦ ਨੂੰ ਟੋਡੀ ਰਾਗ ਦੇ ਵਿੱਚ ਗਾਇਨ ਕੀਤਾ ਜਾਵੇ। ਜਦੋਂ ਕੀਰਤਨ ਕੀਤਾ ਜਾਵੇ ਇਹ ਸ਼ਬਦ ਨੂੰ ਟੋਡੀ ਰਾਗ ਦੇ ਵਿੱਚ ਗਾਇਨ ਕੀਤਾ ਜਾਵੇ। ਪਿਆਰੇ, ਰਾਗਾਂ ਦਾ ਆਪਣਾ ਆਪਣਾ ਮਹਾਤਮਾ ਹੈ। ਜਿਸ ਵੇਲੇ ਦਾ ਰਾਗ ਹੋਵੇ ਉਸ ਵੇਲੇ ਜੇ ਕਿਧਰੇ ਗਾਇਨ ਕੀਤਾ ਜਾਵੇ ਤੇ ਆਨੰਦ ਬਣ ਜਾਂਦਾ ਹੈ। ਸਤਿਗੁਰਾਂ ਨੇ ਤਾਂ ਹੀ ਇਹ ਸਾਰੀ ਬਾਣੀ ਸੁਰਾਂ ਦੇ ਅਧੀਨ, ਰਾਗਾਂ ਦੇ ਅਧੀਨ ਕੀਤੀ ਹੋਈ ਕਿ ਰਾਗਬੱਧ ਇਸ ਨੂੰ ਗਾਇਨ ਕੀਤਾ ਜਾਵੇ। ਨਾਲ ਦੂਸਰੀ ਗੱਲ ਦਾ ਇਹ ਵੀ ਖਿਆਲ ਰੱਖਣਾ ਕਿ ਕੇਵਲ ਰਾਗ ਨੂੰ ਤਰਜੀਹ ਹੀ ਨਾ ਦਿੱਤੀ ਜਾਵੇ। ਬਾਣੀ ਜਿਤਨੀ ਹੈ, ਬਾਣੀ ਨੂੰ ਮੁੱਖ ਰੱਖ ਕੇ ਪਿਆਰੇ ਕੀਰਤਨ ਵੀ ਕੀਤਾ ਜਾਂਦਾ ਹੈ, ਰਾਗ ਨੂੰ ਮੁੱਖ ਰੱਖ ਕੇ ਨਹੀਂ। ਰਾਗ ਜਿਵੇਂ ਕੋਈ ਭਾਂਡਾ ਹੁੰਦਾ ਇੱਕ ਇਸੇ ਤਰ੍ਹਾਂ ਹੀ ਹੈ। ਕੀਮਤ ਵਸਤੂ ਦੀ ਹੈ ਪਿਆਰੇ, ਇਹ ਜੋ ਨਾਮ ਰੂਪੀ ਵਸਤੂ ਹੈ, ਇਹ ਸਤਿਗੁਰਾਂ ਨੇ ਆਖਿਆ ਇਸ ਟੋਡੀ ਰਾਗ ਦੇ ਸੁਰ ਲੈ ਕਰਕੇ ਇਸ ਸ਼ਬਦ ਨੂੰ ਗਾਇਨ ਕੀਤਾ ਜਾਵੇ। ਆਓ ਸ਼ਬਦ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਜੋ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਟੋਡੀ ਮਹੱਲਾ ਪੰਜਵਾ, ਪੰਚਮ ਗੁਰਦੇਵ ਬਖਸ਼ਿਸ਼ ਕਰ ਰਹੇ ਨੇ। ਸਤਿਗੁਰ ਆਇਓ ਸ਼ਰਨ ਤੁਹਾਰੇ। ਵਾਹਿਗੁਰੂ ਜੀ, ਐ ਸਤਿਗੁਰੂ ਜੀ, ਮੈਂ ਤੁਹਾਡੀ ਚਰਨ ਸ਼ਰਨ ਦੇ ਵਿੱਚ ਆਇਆ ਹਾਂ। ਚਰਨ ਸ਼ਰਨ ਦੇ ਆਉਣ ਤੋਂ ਭਾਵ ਪਿਆਰੇ ਇਹ ਹੈ ਕਿ ਸਾਰੇ ਪਾਸੇ ਛੱਡ ਕੇ ਹੁਣ ਮੈਂ ਤੁਹਾਡੇ ਕੋਲ ਆਇਆ। ਮੈਨੂੰ ਹੋਰ ਕਿਸੇ ਦਾ ਕੋਈ ਆਸਰਾ ਨਹੀਂ। ਜਦੋਂ ਅਸੀਂ ਹੋਰ ਆਸਰੇ ਲੱਭਦੇ ਹਾਂ ਤੇ ਸਤਿਗੁਰੂ ਪਤਾ ਕੀ ਕਹਿੰਦੇ ਨੇ? ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ, ਜਾ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਦਨਾ, ਸਰਬ ਜੈਸੇ ਹਰ ਜਾਰੀ। ਵਾਹਿਗੁਰੂ ਨੂੰ ਛੱਡ ਕੇ ਜਿਤਨਾ ਵੀ ਸਾਡਾ ਜੀਵਨ ਬਤੀਤ ਹੁੰਦਾ ਪਿਆਰਿਓ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਤੇ ਇਵੇਂ ਹੈ ਜਿਵੇਂ ਕੋਈ ਜ਼ਹਿਰੀਲਾ ਸੱਪ ਹੋਵੇ, ਵਿਸ਼ ਦੇ ਨਾਲ ਭਰਿਆ ਹੋਵੇ। ਜਿਤਨੀ ਦੇਰ ਤੱਕ ਸਾਡੇ ਹਿਰਦੇ ਘਟ ਦੇ ਵਿੱਚ ਨਾਮ ਨਹੀਂ ਪਿਆਰਿਓ, ਅਸੀਂ ਵੀ ਜ਼ਹਿਰੀਲੇ ਸੱਪ ਵਾਂਗ ਹਾਂ। ਜੀ ਜ਼ਹਿਰੀਲਾ ਸੱਪ ਜਿਵੇਂ ਡੰਗ ਮਾਰਦਾ ਹੈ, ਜਿਸ ਹਿਰਦੇ ਘਟ ਦੇ ਵਿੱਚ ਨਾਮ ਨਹੀਂ ਪਿਆਰਿਓ, ਉਹ ਵੀ ਹਿਰਦਾ ਇਸੇ ਤਰ੍ਹਾਂ ਹੀ ਹੈ, ਜ਼ਹਿਰੀਲੇ ਸੱਪ ਦੀ ਨਹੀਂ ਹੈ। ਸੜਦਾ ਰਹਿੰਦਾ ਹੈ, ਪਲਦਾ ਰਹਿੰਦਾ, ਸਰਬ ਜੈਸੇ ਹਰ ਜਾਰੀ। ਨਾਮ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੋਹਾਰੀ। ਨੌ ਖੰਡ ਕਹਿੰਦੇ ਪੂਰੀ ਧਰਤੀ ਉੱਤੇ ਵੀ ਉਸਦਾ ਰਾਜ ਕਿਉਂ ਨਾ ਹੋਵੇ, ਤੇ ਪਿਆਰੀ ਅੰਤ ਨੂੰ ਉਹ ਹਾਰ ਕੇ ਚਲਿਆ ਜਾਂਦਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਅਸਲ ਦੇ ਵਿੱਚ ਰਾਜਾ ਸਾਰੀ ਸ੍ਰਿਸ਼ਟੀ ਦਾ ਉਹ ਹੈ ਜਿਸ ਦੇ ਹਿਰਦੇ ਘਟ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਵੱਡੇ ਵੱਡੇ ਜੋ ਦੀਸੇ ਲੋਗ ਤਿੰਨ ਕੋ ਵਿਆਪੈ, ਚਿੰਤਾ ਰੋਗ ਕੌਣ ਵੱਡਾ, ਮਾਇਆ ਵਡਿਆਈ ਨਹੀਂ। ਸੋ ਵੱਡਾ ਜਿਨ ਰਾਮ ਨ ਮਿਲਾਈ, ਭੂਮੀਆਂ ਭੂਮ ਉਪਰ ਨਿਤ ਲੁਜੈ। ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝੈ, ਕਹੋ ਨਾਨਕ ਇਹ ਤਤ ਵਿਚਾਰਾ। ਬਿਨ ਹਰ ਭਜਨ ਨਾਹੀ ਛੁਟਕਾਰਾ। ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਕਹਿੰਦੇ ਨਵਾਂ ਖੰਡਾਂ ਦੇ ਵਿੱਚ ਪੂਰੀ ਧਰਤੀ ਦੇ ਵਿੱਚ ਵੀ ਕਿਉਂ ਨਾ ਰਾਜ ਹੋਵੇ, ਮਾਨੋ ਪਿਆਰਿਓ ਫਿਰ ਵੀ ਉਹ ਅੰਤ ਨੂੰ ਹਾਰ ਕੇ ਚਲਿਆ ਜਾਵੇਗਾ ਜੇ ਉਸਦੇ ਹਿਰਦੇ ਘੜ ਦੇ ਵਿੱਚ ਨਾਮ ਦੀ ਕਣੀ ਨਹੀਂ ਵਸੀ। ਗੁਣ ਨਿਦਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਉਹੀ ਗੁਣ ਗਾਇਨ ਕਰਦਾ ਪਿਆਰਿਓ, ਦੂਸਰਾ ਗਾਇਨ ਹੀ ਨਹੀਂ ਕਰ ਸਕਦਾ। ਜਾ ਕੋ ਕਿਰਪਾ ਧਾਰੀ, ਜਿਸ ਤੇ ਮੇਰੇ ਮਾਲਕ ਬਖਸ਼ਿਸ਼ ਕਰ ਦਿੰਦੇ ਨੇ, ਰਹਿਮਤ ਕਰ ਦਿੰਦੇ ਨੇ। ਜਾ ਕੋ ਕਿਰਪਾ ਧਾਰੀ, ਜਿਹਦੇ ਉੱਤੇ ਕਿਰਪਾ ਕਰ ਦਿੰਦੇ ਨੇ, ਉਹਦੇ ਹਿਰਦੇ ਘਟ ਦੇ ਵਿੱਚ ਨਾਮ ਵਸ ਜਾਂਦਾ, ਉਹ ਗੁਣਾਂ ਦੇ ਖਜ਼ਾਨੇ ਦੇ ਨਾਲ ਜੁੜ ਜਾਂਦਾ, ਉਹ ਉਸੇ ਦੇ ਗੁਣ ਗਾਇਨ ਕਰਦਾ ਹੈ ਪਿਆਰਿਓ। ਦੂਸਰੇ ਕਿਸੇ ਦੇ ਗੁਣ ਨਹੀਂ ਗਾਇਨ ਕਰੇਗਾ, ਉਹ ਕਿਸੇ ਬੰਦੇ ਦੇ ਗੁਣ ਗਾਇਨ ਨਹੀਂ ਕਰੇਗਾ, ਉਹ ਵਾਹਿਗੁਰੂ ਦੇ ਗੁਣ ਹੀ ਗਾਇਨ ਕਰੇਗਾ। ਜਦੋਂ ਵਾਹਿਗੁਰੂ ਦੇ ਨਾਲ ਜੁੜ ਜਾਵੇਗਾ, ਗੁਣਾਂ ਦੇ ਖਜ਼ਾਨੇ ਦੇ ਨਾਲ ਜੁੜ ਜਾਵੇਗਾ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਕਹਿੰਦੇ ਜਿਹੜਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਹੋਇਆ ਉਹੀ ਸੁਖਿਆ
ਜਗਤ ਦੇ ਵਿੱਚ ਸੁਖੀ ਹੋਈ ਹੋਈ ਹੈ। ਤੇ ਸਤਿਗੁਰੂ ਕਹਿੰਦੇ ਪੰਚਮ ਗੁਰਦੇਵ, ਮੈਂ ਉਹਨਾਂ ਤੋਂ ਸਦਕੇ ਜਾਂਦਾ, ਮੈਂ ਉਹਨਾਂ ਤੋਂ ਬਲਿਹਾਰਣੇ ਜਾਂਦਾ, ਨਾਮ ਦੇ ਨਾਲ ਜੁੜ ਕਰਕੇ ਜਿਨ੍ਹਾਂ ਨੇ ਸੁਖ ਪ੍ਰਾਪਤ ਕੀਤਾ ਹੈ, ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਹਰ ਵੇਲੇ ਜੁੜੇ ਹੋਏ ਨੇ। ਨਹੀਂ ਤੇ ਪਿਆਰੋ, ਮਾਨੁਖ ਬਿਨ ਬੂਝੇ ਬਿਰਥਾ ਆਇਆ। ਪਰਮੇਸ਼ਰ ਦਾ ਨਾਮ ਜਾਣਨ ਤੋਂ ਬਿਨਾਂ ਸਮਝੋ ਵਿਅਰਥ ਹੀ ਆਇਆ ਹੈ। ਅੰਗ ਸਾਧ ਸਿਗਾਰ ਬਹੁ ਕਰਤਾ, ਜੋ ਮਿਰਤਕ ਉਡਾਇਆ। ਕਹਿੰਦੇ ਮਨੁੱਖ ਭਾਵੇਂ ਕਿਤਨੀ ਸਾਜ ਕਰਦਾ ਹੈ, ਆਪਣੇ ਆਪ ਨੂੰ ਕਿਤਨਾ ਸ਼ਿੰਗਾਰਦਾ ਹੈ, ਉਹ ਕਹਿੰਦੇ ਇਵੇਂ ਹੈ ਜਿਵੇਂ ਮਿਰਤਕ ਨੂੰ ਕਹਿੰਦੇ ਹਾਰ ਸ਼ਿੰਗਾਰ ਕੀਤਾ ਹੋਵੇ। ਜੇ ਪਰਮੇਸ਼ਰ ਦਾ ਨਾਮ ਨਹੀਂ ਹੈ ਹਿਰਦੇ ਘਟ ਦੇ ਵਿੱਚ, ਜਿਤਨੀ ਮਰਜ਼ੀ ਹਾਰ ਸ਼ਿੰਗਾਰ ਪਿਆਰਿਓ ਕਰ ਲਵੋ, ਉਹ ਇਸ ਤਰ੍ਹਾਂ ਕਿ ਜਿਵੇਂ ਮੁਰਦੇ ਨੂੰ ਕੱਪੜੇ ਪਾਏ ਹੋਏ। ਤਾਏ ਤਾਏ ਕਿਰਪਨ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ। ਮਨੁੱਖ ਕਰਦਾ ਕੀ ਹੈ ਪਿਆਰਿਓ, ਸਾਰੀ ਇਸੇ ਤਰ੍ਹਾਂ ਹੀ ਕਰਦੇ ਨੇ, ਦਸਾਂ ਦਿਸ਼ਾਂ ਤੇ ਭਟਕਦੇ ਫਿਰਦੇ ਨੇ। ਤਾਏ ਤਾਏ ਕਿਰਪਨ ਸ਼ਰਮ ਕੀਨੋ, ਬੜੇ ਤਰੀਕਿਆਂ ਦੇ ਨਾਲ ਮਾਇਆ ਇਕੱਤਰ ਕਰਦਾ ਹੈ ਮਨੁੱਖ। ਦਾਨ ਪੁੰਨ ਨਏ ਸੰਤਨ ਸੇਵਾ, ਕਿਤਹੇ ਕਾਜ ਨ ਆਇਆ। ਕਦੀ ਜੇ ਦਾਨ ਪੁੰਨ ਨਹੀਂ ਕੀਤਾ, ਪਰਮੇਸ਼ਰ ਦੇ ਨਾਮ ਤੇ ਕਿਧਰੇ ਦਸਵੰਧ ਨਹੀਂ ਕੱਢਿਆ, ਤੇ ਕਹਿੰਦੇ ਉਹ ਕਿਤੇ ਹੀ ਕੰਮ ਨਾ ਆਇਆ। ਕਿਸੇ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਨਹੀਂ ਕੀਤੀ, ਕੋਈ ਚੰਗਾ ਕਰਮ ਨਹੀਂ ਕੀਤਾ, ਤੇ ਉਹ ਕਿਸੇ ਵੀ ਕੰਮ ਨਹੀਂ ਆਉਣਾ। ਧਨ ਦੌਲਤ ਸਾਰਾ ਵਿਅਰਥ ਹੀ ਚਲਿਆ ਜਾਂਦਾ ਹੈ। ਕਾਰਿਆ ਬਰਨ ਸਵਾਰੀ ਸੇਜਾ, ਕਾਮਨ ਥਾਟ ਬਨਾਇਆ। ਕਹਿੰਦੇ ਫਿਰ ਸੇਜਾਂ ਨੂੰ ਸਵਾਰਦਾ ਹੈ, ਬੜੇ ਥਾਟ ਕਰਦਾ ਹੈ, ਬੜੇ ਚੰਗੀਆਂ ਚੰਗੀਆਂ ਸੇਜਾਂ ਮਾਣਦਾ ਹੈ। ਸੰਗ ਨ ਪਾਇਓ ਆਪਣੇ ਪਰਤੇ, ਭੇਖ ਭੇਖ ਦੁਖ ਪਾਇਆ। ਕਹਿੰਦੇ ਫਿਰ ਸੰਗ ਦੇ ਚੱਲਣ ਵਾਲਾ ਇਹਦੇ ਵਿੱਚ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਨਾਲ ਜਾਣ ਵਾਲਾ। ਕਹਿੰਦੇ ਵੇਖ ਵੇਖ ਕੇ ਫਿਰ ਜਾਣ ਲੱਗਿਆਂ ਦੁਖੀ ਹੁੰਦਾ ਹੈ। ਸਾਰਾ ਕੁਝ ਬਣਾਇਆ ਇੱਥੇ ਦਾ ਇੱਥੇ ਹੀ ਰਹਿ ਜਾਂਦਾ। ਮਨੁੱਖ ਵੇਖ ਵੇਖ ਕੇ ਫਿਰ ਪਿਆਰਿਓ ਜਦੋਂ ਅੰਤ ਸਮਾਂ ਆਉਂਦਾ, ਇਹ ਸਾਰਾ ਕਹਿੰਦੇ ਇੱਥੇ ਹੀ ਰਹਿ ਜਾਵੇਗਾ। ਬਣਾਇਆ ਤੇ ਸੀ ਆਪਣੇ ਵਾਸਤੇ, ਇਹ ਸਾਰਾ ਕੁਝ ਇੱਥੇ ਹੀ ਰਹਿ ਜਾਵੇਗਾ। ਸਾਰੂ ਦਿਨ ਸਮਧੂਰੀ ਕਰਤਾ, ਜੋ ਮੁਸ਼ਲੇ ਸ਼ਰਾਇਆ। ਖੇਦ ਪਇਓ ਬੇਗਾਰੀ ਨਿਆਈ, ਘਰ ਕੇ ਕਾਮ ਨਾ ਆਇਆ। ਉਹ ਤੇ ਕਹਿੰਦੇ ਜਿਵੇਂ ਬੇਗਾਰੀ ਕੋਈ ਕੰਮ ਕਰਦਾ, ਫਿਰ ਬੇਗਾਰ ਦੇ ਕੰਮ ਕਰ ਰਿਹਾ ਹੋਵੇ, ਇਸ ਤਰ੍ਹਾਂ ਉਹਦਾ ਕੁਝ ਵੀ ਨਹੀਂ ਸਕਦਾ। ਵਿਗਾਰ ਦਾ ਕੰਮ ਜਿਹੜਾ ਤੁਹਾਨੂੰ ਪਤਾ ਜਿਸ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਮਨ ਲਾ ਕੇ ਕੰਮ ਕਰਨਾ, ਇੱਕ ਹੁੰਦਾ ਵਿਗਾਰ ਪੂਰੀ ਕਰਨੀ। ਤੇ ਵਿਗਾਰ ਪੂਰੀ ਕਰਨ ਦੇ ਨਾਲ ਕੋਈ ਵੀ ਕੰਮ ਰਾਸ ਨਹੀਂ ਆਉਂਦਾ। ਸਤਿਗੁਰ ਦੀ ਮੁਬਾਰਕ ਚਰਨਾਂ ਦੇ ਨਾਲ ਆਪਾਂ ਜੁੜੇ ਹੋਏ ਹਾਂ। ਸਤਿਗੁਰੂ ਸਾਨੂੰ ਅਰਦਾਸ ਕਰਨ ਦਾ ਵੱਲ ਸਮਝਾ ਰਹੇ ਹਨ ਪਿਆਰਿਓ। ਸਤਿਗੁਰ ਆਇਓ ਸ਼ਰਨ ਤੁਹਾਰੇ, ਵਾਹਿਗੁਰੂ ਜੀ ਮੈਂ ਤੁਹਾਡੀ ਚਰਨ ਸ਼ਰਨ ਦੇ ਵਿੱਚ ਆਇਆ। ਸਤਿਗੁਰੂ ਜੀ ਮੈਂ ਤੁਹਾਡੀ ਚਰਨ ਸ਼ਰਨ ਦੇ ਵਿੱਚ ਆਇਆ, ਮੰਗਦਾ ਮੈਂ ਕੀ ਆ। ਮਿਲੇ ਸੁਖ ਨਾਮ ਹਰ ਸੂਬਾ, ਚਿੰਤਾ ਲਾਹੀ ਹਮਾਰੀ। ਕਿਹੜਾ ਸੁਖ ਨਾਮ ਦਾ, ਮੇਰੀ ਚਿੰਤਾ ਲਾ ਦਿਓ ਸਤਿਗੁਰੂ ਜੀ। ਤੁਹਾਡਾ ਜੇ ਨਾਮ ਮਿਲ ਜਾਵੇ ਤੇ ਮੇਰੀ ਚਿੰਤਾ ਲੱਥ ਜਾਵੇਗੀ। ਇਹ ਸੋਭਾ ਕਿਹੜੀ ਨਾਮ ਦੀ, ਤੁਹਾਡਾ ਨਾਮ ਮੈਨੂੰ ਮਿਲੇ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੇ ਹਰਿਆ। ਮੇਰਾ ਤਨ ਵੀ ਹਰਿਆ ਹੋ ਜਾਂਦਾ ਤੇ ਮੇਰਾ ਮਨ ਵੀ ਹਰਿਆ ਹੋ ਜਾਂਦਾ, ਜਦੋਂ ਨਾਮ ਦੀ ਕਣੀ ਹਿਰਦੇ ਘਟ ਦੇ ਵਿੱਚ ਵਸ ਜਾਵੇ। ਪਿਆਰੋ ਅਰਦਾਸ ਇਹੋ ਕਰਨੀ ਹੈ ਮਾਲਿਕ ਦੇ ਚਰਨਾਂ ਦੇ ਵਿੱਚ, ਸਤਿਗੁਰੂ ਸਾਡੀ ਦੀ ਬਖਸ਼ਿਸ਼ ਕਰ, ਨਾਮ ਦੀ ਕਣੀ ਕਿਧਰੇ ਸਾਡੇ ਹਿਰਦੇ ਘਟ ਦੇ ਵਿੱਚ ਵਸ ਜਾਵੇ। ਪਿਆਰੋ ਇਹ ਕੋਈ ਸਾਧੂ ਤੁਰੇ ਜਾ ਰਹੇ ਤੇ ਇੱਕ ਆਦਮੀ ਜਿਹੜਾ ਕਿ ਸ਼ਿਕਾਰ ਕਰਨ ਵਾਲਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਸਹਿਸਕ੍ਰਿਤੀ ਸ਼ਲੋਕਾਂ ਦੇ ਵਿੱਚ ਇਸ ਦਾ ਉਲਥਾ ਕੀਤਾ ਹੋਇਆ। ਕਹਿੰਦੇ ਸ਼ਿਕਾਰੀ ਜਾ ਰਿਹਾ ਸ਼ਿਕਾਰ ਕਰਨ ਵਾਸਤੇ, ਮਹਾਂਪੁਰਸ਼ ਬੰਦਗੀ ਵਾਲੇ ਉਸ ਨੂੰ ਮਿਲੇ। ਆਖਣ ਲੱਗੇ ਕਿੱਧਰ ਜਾ ਰਹੇ ਨੇ? ਕਹਿੰਦੀ ਮੈਂ ਸ਼ਿਕਾਰੀ ਹਾਂ, ਸ਼ਿਕਾਰ ਕਰਨ ਵਾਸਤੇ ਜਾ ਰਿਹਾ। ਕਹਿੰਦੀ ਪਿਆਰਿਆ ਇਹ ਜੋ ਤੂੰ ਕੰਮ ਕਰ ਰਿਹਾ ਨਾ, ਜੀਆਂ ਨੂੰ ਮਾਰਨ ਵਾਲਾ, ਇਹ ਚੰਗਾ ਨਹੀਂ, ਇਹ ਕੰਮ ਛੱਡ ਦੇ, ਇਸ ਦੀ ਸਜ਼ਾ ਮਿਲੇਗੀ। ਕਹਿੰਦੇ ਨਹੀਂ ਮੈਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਮਹਾਂਪੁਰਸ਼ੋ, ਹੋਰ ਕੋਈ ਕੰਮ ਆਉਂਦਾ ਹੀ ਨਹੀਂ। ਕਹਿੰਦੀ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਪਰਮੇਸ਼ਰ ਦੇ ਨਾਮ ਨਾਲ ਜੁੜ,
ਤੈਨੂੰ ਆਪੇ ਕੋਈ ਧੰਦਾ ਚੰਗਾ ਮਿਲ ਜਾਵੇਗਾ, ਪਰ ਇਹ ਧੰਦਾ ਛੱਡ ਦੇ। ਕਹਿੰਦੇ ਨਹੀਂ, ਮੈਂ ਇਹ ਧੰਦਾ ਨਹੀਂ ਛੱਡਣਾ, ਇਹੋ ਹੀ ਧੰਦਾ ਕਰਾਂਗਾ। ਕਹਿੰਦੇ ਫਿਰ ਜੇ ਇਹ ਧੰਦਾ ਤੂੰ ਕਰਦਾ ਨਾ, ਤੂੰ ਜੀਵਾਂ ਦਾ ਸ਼ਿਕਾਰ ਕਰਦਾ, ਤੇਰਾ ਵੀ ਇੱਕ ਦਿਨ ਸ਼ਿਕਾਰ ਹੋਵੇਗਾ, ਤੇਰਾ ਵੀ ਇੱਕ ਦਿਨ ਸ਼ਿਕਾਰ ਹੋ ਜਾਵੇਗਾ। ਕਹਿੰਦਾ ਏਡੀ ਤਗੜੀ ਮੇਰੀ ਸਿਹਤ ਆ ਵੇਖੋ, ਮਨੁੱਖ ਇਸੇ ਤਰ੍ਹਾਂ ਹੀ ਪਿਆਰਿਓ ਕਰਦਾ ਨਾ, ਜਦੋਂ ਸਿਹਤ ਚੰਗੀ ਹੋਵੇ, ਜਵਾਨੀ ਦੇ ਨਸ਼ਾ ਹੋਵੇ, ਸਿਹਤ ਬਿਲਕੁਲ ਠੀਕ ਹੋਏ, ਬਿਮਾਰੀ ਤੋਂ ਬਚਿਆ ਹੋਵੇ, ਕਹਿੰਦਾ ਆ ਵੇਖੋ ਕਿੱਡੀ ਤਗੜੀ ਮੇਰੀ ਸਿਹਤ ਹੈ, ਕਿੱਡਾ ਤਗੜਾ ਮੈਂ ਜਵਾਨ ਹਾਂ। ਆ ਮੇਰੇ ਕੋਲ ਜਿਹੜਾ ਕੁੱਤਾ ਸ਼ਿਕਾਰ ਵਾਸਤੇ ਰੱਖਿਆ, ਇਹ ਸ਼ਿਕਾਰ ਨੂੰ ਕਿਧਰੇ ਜਾਣ ਨਹੀਂ ਦਿੰਦਾ। ਮੰਨ ਲਓ ਜੇ ਸ਼ਿਕਾਰ ਭੱਜਣ ਦੀ ਕੋਸ਼ਿਸ਼ ਵੀ ਕਰੇ, ਆ ਮੇਰੇ ਕੋਲ ਜਾਲ ਵੇਖੋ ਕਿੱਡਾ ਵਧੀਆ, ਇਹ ਜਾਲ ਦੇ ਨਾਲ ਮੈਂ ਅੱਗੇ ਇੱਕ ਪਾਸੇ ਜਾਲ ਲਗਾ ਲੈਂਦਾ, ਇੱਕ ਪਾਸੇ ਮੇਰੇ ਕੋਲ ਇਹ ਬੜਾ ਭਿਅੰਕਰ ਕੁੱਤਾ ਜਿਹੜਾ ਸ਼ਿਕਾਰ ਨੂੰ ਕਿਧਰੇ ਜਾਣ ਨਹੀਂ ਦਿੰਦਾ, ਤੇ ਜੇ ਮੈਨੂੰ ਲੋੜ ਪਵੇ ਤੇ ਇੱਕ ਪਾਸੇ ਮੈਂ ਅੱਗ ਲਗਾ ਦਿੰਦਾ। ਕਹਿੰਦੇ ਸ਼ਿਕਾਰ ਨੂੰ ਜਦੋਂ ਮੈਂ ਘੇਰੇ ਵਿੱਚ ਲੈ ਲੈਂਦਾ, ਮੈਂ ਜਾਣ ਨਹੀਂ ਦਿੰਦਾ ਕਿਤੇ, ਨਾ ਮੇਰਾ ਕੁੱਤਾ ਜਾਣ ਦਿੰਦਾ, ਨਾ ਜਾਲ ਵਾਲੇ ਪਾਸਿਓਂ ਕਿਸੇ ਪਾਸੇ ਜਾ ਸਕਦਾ, ਇੱਕ ਪਾਸੇ ਮੈਂ ਅੱਗ ਲਗਾ ਦਿੰਦਾ। ਇਸਨੇ ਪਿਆਰੂ ਇਸੇ ਤਰ੍ਹਾਂ ਹੀ ਕੀਤਾ। ਇੱਕ ਮਿਰਗੀ, ਇੱਕ ਹਰਣ। ਹਰਣ ਦੇ ਪਿਆਰਿਓ ਗਰਭਵਤੀ ਹਰਣੀ, ਉਸਨੇ ਵੇਖਿਆ ਇਹ ਘਾਹ ਬੜਾ ਸੁੰਦਰ ਸੀ, ਇੱਥੇ ਮੈਂ ਆਪਣੇ ਬੱਚਿਆਂ ਨੂੰ ਜਨਮ ਦੇਵਾਂ। 2 ਬੱਚੇ ਉਸਦੇ ਪੇਟ ਦੇ ਵਿੱਚ ਸਨ, ਇੱਥੇ ਮੈਂ ਉਹਨਾਂ ਨੂੰ ਜਨਮ ਦੇਵਾਂਗੀ। ਤੇ ਵੇਖਦੇ ਕੀ ਹੈ, ਵੇਖਦਿਆਂ ਵੇਖਦਿਆਂ ਜਿਸ ਸ਼ਿਕਾਰੀ ਨੂੰ ਸਾਧੂ ਜਨਾਂ ਨੇ ਆਖਿਆ ਸੀ ਵੀ ਇਹ ਕਰਮ ਨਾ ਕਰੀ, ਉਹ ਆ ਗਿਆ, ਉਹ ਆ ਗਿਆ। ਉਸਨੇ ਉਸੇ ਤਰ੍ਹਾਂ ਹੀ ਕੀਤਾ ਪਿਆਰਿਓ, ਇੱਕ ਪਾਸੇ ਜਾਲ ਲਗਾ ਦਿੱਤਾ, ਇੱਕ ਪਾਸੇ ਜਾਲ ਲਗਾ ਦਿੱਤਾ, ਇੱਕ ਪਾਸੇ ਸ਼ਿਸ਼ਟ ਬੰਨ੍ਹ ਕੇ ਆਪ ਖੜ ਗਿਆ, ਇੱਕ ਪਾਸੇ ਆਪਣਾ ਕੁੱਤਾ ਛੱਡ ਰੱਖਿਆ ਹੋਇਆ ਸੀ, ਤੇ ਇੱਕ ਪਾਸੇ ਜੰਗਲ ਨੂੰ ਅੱਗ ਲਗਾ ਦਿੱਤੀ ਕਿ ਕਿਧਰੇ ਹਰਣੀ ਇਹ ਭੱਜ ਨਾ ਜਾਵੇ, ਕਿਧਰੇ ਹਰਣੀ ਇਹ ਭੱਜ ਨਾ ਜਾਵੇ। ਲੱਖ ਅਵਧ ਉਬਾਲੇ ਨਾਮ ਕਰੋਮ ਨ ਛੱਜਤੇ। ਕਹਿੰਦੇ ਲੱਖਾਂ ਯਤਨ ਵੀ ਕੋਈ ਕਰ ਲਵੇ ਵੈਰੀ ਮਾਰਨ ਵਾਸਤੇ, ਪਰ ਰੋਮ ਤੱਕ ਨਹੀਂ ਕੋਈ ਉਹਦਾ ਛੇਦ ਸਕਦਾ, ਕੋਈ ਹਵਾ ਤੱਕ ਨਹੀਂ ਵੇਖ ਸਕਦਾ। ਤਾਤੀ ਵਾਲ ਨਾ ਲਾਗੇ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੀ ਰਾਮਕਾਰ। ਦੁੱਖ ਲਗੇ ਨ ਭਾਈ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ ਰਾਮ ਨਾਮ ਅਵਖਦ ਦੀਆ, ਏਕਾ ਲਿਵਲਾਈ ਰਾਖ ਲੀਏ ਤਿਨ ਰਖਣ ਹਾਰ। ਸਭ ਵਿਆਧ ਮਿਟਾਈ ਕਹੋ ਨਾਨਕ, ਕਿਰਪਾ ਪਈ ਪ੍ਰਭ ਪਈ ਸਹਾਈ। ਨਾਨਕ ਰੋਮ ਨ ਛੇਦਤੇ। ਸ਼ਹਿਸ ਕੀਰਤੀ ਸ਼ਲੋਕਾਂ ਦੇ ਵਿੱਚ ਪਿਆਰਿਓ ਇਹ ਬਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਆਉਂਦੇ ਨੇ ਕਿ ਕੋਈ ਉਹਦਾ ਰੋਮ ਵੀ ਵੰਕਾ ਨਹੀਂ ਕਰ ਸਕਦਾ ਜੇ ਵਾਹਿਗੁਰੂ ਵੱਲ ਹੋਵੇ ਤਾਂ। ਪਿਆਰਿਓ ਸਤਿਗੁਰੂ ਦੀ ਬਾਣੀ, ਇਸ ਨੂੰ ਆਪਾਂ ਸਹਿਸ ਕੀਰਤੀ ਸ਼ਲੋਕ ਇਸ ਕਰਕੇ ਕਹਿੰਦੇ ਆ। ਬਹੁਤ ਸਾਰੇ ਜੀ ਕਈ ਵਾਰੀ ਪਿਆਰਿਓ ਸੰਸਕ੍ਰਿਤ ਕਹਿ ਦਿੰਦੇ ਨੇ, ਪਰ ਇਹਦਾ ਸਰਲੇਖ ਜਿਹੜਾ ਬਾਣੀ ਦਾ ਹੈ ਸਹਿਸ ਕੀਰਤੀ ਸ਼ਲੋਕ ਲਿਖਿਆ ਹੋਇਆ। ਸਤਿਗੁਰਾਂ ਨੇ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ। ਕਹਿੰਦੇ ਉਹ ਸ਼ਿਕਾਰੀ ਨੇ ਸਾਰੇ ਹੀਲੇ ਕਰ ਲਏ ਕਿ ਕਿਧਰੇ ਹੁਣ ਸ਼ਿਕਾਰ ਚਲਿਆ ਨਾ ਜਾਵੇ। ਤੇ ਉਸ ਟਾਈਮ ਤੇ ਪਿਆਰਿਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਲਾਹੌਰ ਦੇ ਵਿੱਚ ਸਨ। ਤੇ ਹਰਣੀ ਨੇ ਜਦੋਂ ਵੇਖਿਆ ਕਿ ਸਾਰੀਆਂ ਪਾਸਿਆਂ ਤੋਂ ਮੌਤ ਦਿਖਾਈ ਦੇ ਰਹੀ ਹੈ, ਇੱਕ ਪਾਸੇ ਸ਼ਿਕਾਰੀ ਆਪ ਹੈ, ਇੱਕ ਪਾਸੇ ਅੱਗ ਲਾਈ ਹੋਈ ਹੈ, ਇੱਕ ਪਾਸੇ ਜਾਲ ਹੈ, ਇੱਕ ਪਾਸੇ ਸ਼ਿਕਾਰੀ ਕੁੱਤਾ ਹੈ, ਹੁਣ ਮੈਂ ਬਚਾਂਗੀ ਕਿਵੇਂ? ਕਹਿੰਦੇ ਉੱਪਰ ਨੀਲੇ ਆਕਾਸ਼ ਵੱਲ ਵੇਖ ਕੇ ਹਰਣੀ ਨੇ ਪੁਕਾਰ ਕੀਤੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆਪਣੇ ਬਚਨਾਂ ਦੇ ਵਿੱਚ ਪੁਕਾਰ ਕੀਤੀ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਜੀ ਨੂੰ ਪਤਾ ਕਹਿੰਦੇ ਜਾਓ, ਕਹਿੰਦੇ ਜਲਦੀ ਜਾਓ, ਜਾਓ ਮਹਾਰਾਜ ਕਿੱਧਰ ਜਾਈਏ? ਕਹਿੰਦੇ ਜਾ ਕਰਕੇ ਬਚਾਓ। ਕਹਿੰਦੇ ਕਿਸ ਨੂੰ ਬਚਾਈਏ? ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੁਣ ਚਲੇ ਗਏ ਨੇ ਜਿਹੜਾ ਜਾਣਾ ਸੀ। ਕਹਿੰਦੇ ਕੌਣ ਚਲੇ ਗਏ ਮਹਾਰਾਜ? ਕਿਸ ਨੂੰ ਬਚਾਉਣ ਵਾਸਤੇ ਚਲੇ ਗਏ? ਕਹਿੰਦੇ ਹਰਣੀ ਵਿਪਤਾ ਦੇ ਵਿੱਚ ਸੀ, ਉਹ ਪੁਕਾਰ ਕਰ ਰਹੀ ਸੀ। ਕਹਿੰਦੇ ਹੁਣ ਇੰਦਰ ਦੇਵਤਾ ਵੀ ਚਲਿਆ ਗਿਆ ਤੇ ਪਵਨ ਦੇਵਤਾ ਵੀ ਚਲਿਆ ਗਿਆ। ਕਹਿੰਦੇ ਹੁਣ ਰੱਖਿਆ ਉਹ ਕਰ ਲੈਣੀ। ਪਿਆਰਿਓ ਜਿਸ ਵੇਲੇ ਉਹ ਸ਼ਿਕਾਰੀ ਨੇ ਸਿਸਤ ਬੰਨੀ ਆਪਣੇ ਵੱਲੋਂ ਮਾਰਨ ਵਾਸਤੇ, ਪਵਨ ਦੇਵਤਾ ਆਇਆ, ਉਸਨੇ ਹਵਾ ਦਾ ਰੂਪ ਬਦਲ ਦਿੱਤਾ। ਪਿਆਰਿਓ ਹਵਾ ਦਾ ਰੂਪ ਬਦਲ ਦਿੱਤਾ। ਜੰਗਲ ਨੂੰ ਅੱਗ ਲਗਾਈ ਹੋਈ ਸੀ ਜਿਹੜੀ,
ਕਿ ਹਰਣੀ ਭੱਜੇ ਨਾ। ਉਹ ਜੰਗਲ ਦਾ ਜਿਹੜੀ ਅੱਗ ਦਾ ਰੁੱਖ ਸੀ, ਜਾਲ ਵਾਲੇ ਪਾਸੇ ਨੂੰ ਹੋ ਗਿਆ। ਜਾਲ ਵਾਲੇ ਪਾਸੇ ਨੂੰ ਜਦੋਂ ਅੱਗ ਦਾ ਰੁੱਖ ਹੋ ਗਿਆ ਤੇ ਜਾਲ ਨੂੰ ਅੱਗ ਲੱਗ ਗਈ। ਜਾਲ ਨੂੰ ਅੱਗ ਲੱਗ ਗਈ। ਹੁਣ ਸ਼ਿਕਾਰੀ ਨੇ ਸੋਚਿਆ ਕਿ ਮੇਰਾ ਕੀਮਤੀ ਜਾਲ ਹੀ ਨਾ ਕਿਤੇ ਜਲ ਜਾਵੇ, ਇਸ ਨੂੰ ਬਚਾ ਲਵਾਂ। ਉਸ ਨੂੰ ਬਚਾਉਣ ਲੱਗਾ ਤੇ ਪਿਆਰਿਓ, ਜਿਸ ਵੇਲੇ ਸ਼ਿਸ਼ਟ ਬਨ ਕੇ ਹਰਨੀ ਦੇ ਮਾਰਨ ਲੱਗਾ ਸੀ ਪਹਿਲਾਂ, ਤੇ ਤੀਰ ਕਮਾਨ ਉਸਨੇ ਕੱਸਿਆ ਹੋਇਆ ਸੀ ਤੇ ਤੀਰ ਵਿੱਚੋਂ ਨਿਕਲ ਗਿਆ। ਤੀਰ ਵਿੱਚੋਂ ਨਿਕਲ ਗਿਆ, ਉਹ ਜਾ ਕੇ ਕੁੱਤੇ ਨੂੰ ਵੱਜਿਆ, ਕੁੱਤਾ ਮਰ ਗਿਆ। ਕੁੱਤਾ ਉਸ ਵੇਲੇ ਮਰ ਗਿਆ। ਹਵਾ ਨੇ ਪਿਆਰਿਓ ਰੁੱਖ ਬਦਲ ਦਿੱਤਾ, ਉਧਰੋਂ ਜਾਲ ਸੜ ਗਿਆ। ਤੇ ਇੰਦਰ ਦੇਵਤੇ ਦੀ ਡਿਊਟੀ ਲੱਗੀ ਹੋਈ ਸੀ ਕਿ ਤੁਸੀਂ ਵਰਸੋ ਕਿਰਪਾ ਧਾਰ। ਮੇਘੇ ਨੂੰ ਫਰਮਾਇਆ ਵਰਸੋ ਕਿਰਪਾ ਧਾਰ। ਤੇ ਪਿਆਰਿਓ ਬਾਰਿਸ਼ ਪੈਣੀ ਸ਼ੁਰੂ ਹੋ ਗਈ। ਬਾਰਿਸ਼ ਪੈਣੀ ਸ਼ੁਰੂ ਹੋ ਗਈ। ਉਸ ਮ੍ਰਿਗੀ ਨੇ, ਉਸ ਹਰਨੀ ਨੇ ਉੱਪਰ ਨੂੰ ਮੂੰਹ ਕਰਕੇ ਉਸ ਮਾਲਕ ਦੇ ਚਰਨਾਂ ਦਾ ਧਿਆਨ ਧਰਿਆ, ਧੰਨਵਾਦ ਕੀਤਾ। ਉਹ ਮਾਲਕ ਪਿਆਰਿਓ ਬਚਾਉਂਦਾ ਕਿਸ ਤਰ੍ਹਾਂ? ਧੰਨ ਗੁਰੂ ਕਲਗੀਧਰ ਮਹਾਰਾਜ ਆਪਣੀ ਪਾਵਨ ਬਚਨਾਂ ਦੇ ਵਿੱਚ ਕਹਿੰਦੇ ਨੇ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸ਼ਤਰੁ ਅਨੇ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਨੋ ਕਰ ਦੇ ਕਰ ਪਾਪ ਸੰਗੂ ਨ ਭੇਟਨ ਪਾਵੈ। ਸਤਿਗੁਰੂ ਕਹਿੰਦੇ ਨੇ ਉਹ ਰੋਗਾਂ ਤੋਂ ਬਚਾਉਂਦਾ, ਉਹ ਦੁੱਖਾਂ ਤੋਂ ਬਚਾਉਂਦਾ, ਪਾਣੀ ਦੇ ਜਿਹੜੇ ਜੀਵ ਨੇ ਉਹਨਾਂ ਤੋਂ ਬਚਾਉਂਦਾ। ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਕਹਿੰਦੇ ਅਨੇਕਾਂ ਤਰੀਕਿਆਂ ਦੇ ਨਾਲ ਕੋਈ ਮਾਰਨਾ ਚਾਹਵੇ ਤੇ ਉੱਥੇ ਵਾਹਿਗੁਰੂ ਆਪ ਬਚਾਉਂਦਾ ਹੈ। ਰਾਖਤ ਹੈ ਆਪਨੋ ਕਰ ਦੇ ਕਰ ਪਾਪ ਸੰਗੋਹੁ ਨ ਭੇਟਨ ਪਾਵੈ। ਤੇ ਸਤਿਗੁਰੂ ਆਖਰੀ ਪੰਕਤੀ ਦੇ ਵਿੱਚ ਕਹਿੰਦੇ ਨੇ, ਕਹਿੰਦੇ ਔਰ ਕੀ ਬਾਤ ਕਹਾਂ ਕੈਸੋ। ਕਹਿੰਦੇ ਹੋਰ ਤੇ ਤੁਸੀਂ ਗੱਲਾਂ ਹੀ ਛੱਡੋ, ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਭੀਚ ਬਚਾਵੈ। ਕਹਿੰਦੇ ਜਿਹੜਾ ਜੀਵ ਪੇਟ ਦੇ ਵਿੱਚ ਹੈ, ਇੱਥੇ ਪਿਆਰੂ ਹਰਨੀ ਦੇ ਪੇਟ ਦੇ ਵਿੱਚ ਜਿਹੜੇ ਬੱਚੇ ਸਨ, ਮੇਰੇ ਮਾਲਕ ਨੇ ਉਹਨਾਂ ਨੂੰ ਵੀ ਬਚਾ ਲਿਆ, ਹਰਨੀ ਨੇ ਵੀ ਬਚਾ ਲਿਆ। ਤੇ ਜਿਹੜੇ ਗਰਭ ਦੇ ਵਿੱਚ ਬੱਚੇ ਸਨ ਉਹਨਾਂ ਨੂੰ ਵੀ ਬਚਾ ਲਿਆ। ਹਰਨੀ ਨੇ ਧੰਨਵਾਦ ਕੀਤਾ ਵਾਹਿਗੁਰੂ ਦਾ। ਪਿਆਰੂ ਜਿਤਨੇ ਵੀ ਜੀਵ ਨੇ ਉਸ ਮਾਲਕ ਦੇ ਨਾਲ ਜੁੜੇ ਹੋਏ ਨੇ, ਆਪੋ ਆਪਣੀ ਜ਼ਬਾਨ ਦੇ ਨਾਲ ਉਹ ਯਾਦ ਕਰਦੇ ਨੇ। ਜਦੋਂ ਵਿਪਤਾ ਦਾ ਸਮਾਂ ਹੁੰਦਾ, ਜਦੋਂ ਉਸ ਮਾਲਕ ਨੂੰ ਯਾਦ ਕਰਦੇ ਤੇ ਫਿਰ ਮਾਲਕ ਵਾਲ ਤੱਕ ਵੰਕਾ ਨਹੀਂ ਹੋਣ ਦਿੰਦਾ। ਮਿਲੈ ਸੁਖ ਨਾਮ ਹਰਿ ਸੋਭਾ ਚਿੰਤਾ ਲਾਹੇ ਹਮਾਰੀ। ਵਾਹਿਗੁਰੂ ਜੀ ਤੁਹਾਡੇ ਦਰ ਤੋਂ ਮੈਨੂੰ ਇੱਕੋ ਹੀ ਚੀਜ਼ ਮੈਂ ਚਾਹੁੰਦਾ, ਨਾਮ ਮਿਲ ਜਾਵੇ। ਜਦੋਂ ਨਾਮ ਮਿਲ ਜਾਵੇਗਾ ਸਾਰੀ ਚਿੰਤਾ ਝੋਰੇ ਪਿਆਰਿਓ ਆਪੇ ਮਿਟ ਜਾਣਗੇ। ਚਿੰਤਾ ਛੱਡ ਅਚੰਤ ਰਹੋ ਨਾਨਕ ਲਗ ਪਾਈ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜੀ ਦੇ। ਉੱਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਵਿੱਚ ਉਪਾਏ ਸਾਇਰਾ ਤਿਨਾ ਵੀ ਸਾਰ ਕਰੇ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ। ਚਿੰਤਾ ਛੱਡ ਅਚੰਤ ਰਹੋ ਨਾਨਕ ਲਗ ਪਾਈ। ਨਾ ਕਰ ਚਿਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜੰਤਾ ਸਭ ਦੀ। ਕਹਿੰਦੇ ਉਹ ਜਲਾਂ ਦੇ ਵਿੱਚ ਦੇ ਰਿਹਾ, ਥਲਾਂ ਦੇ ਵਿੱਚ ਦੇ ਰਿਹਾ, ਤੂੰ ਕਿਸ ਗੱਲ ਦੀ ਚਿੰਤਾ ਕਰਦਾ? ਸਤਿਗੁਰੂ ਇੱਥੇ ਕਹਿ ਰਹੇ ਨੇ ਮੇਰੀ ਚਿੰਤਾ ਖਤਮ ਕਰ ਦਿਓ, ਨਾਮ ਦੀ ਬਖਸ਼ਿਸ਼ ਕਰੋ, ਨਾਮ ਮੇਰੀ ਝੋਲੀ ਦੇ ਵਿੱਚ ਪਾਓ। ਰਹਾਓ ਔਰ ਨ ਸੁਝੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ। ਵਾਹਿਗੁਰੂ ਜੀ ਕੋਈ ਦੂਜੀ ਜਗ੍ਹਾ ਹੀ ਨਹੀਂ, ਅਵਰ ਨ ਸੂਝੈ ਦੂਜੀ ਠਾਹਰ, ਕੋਈ ਦੂਜੀ ਜਗ੍ਹਾ ਹੀ ਨਹੀਂ। ਮੈਂ ਕਿਸ ਦੇ ਕੋਲ ਜਾਵਾਂ, ਮੈਂ ਕਿਸ ਦੇ ਕੋਲ ਜਾਵਾਂ, ਹੋਰ ਮੈਂ ਕਿਸੇ ਦੇ ਕੋਲ ਨਹੀਂ ਜਾਣਾ। ਮੈਂ ਤੁਹਾਡੇ ਨਾਲ ਜੁੜਿਆ ਹੋਇਆ ਤੇ ਮੈਨੂੰ ਤਾਂ ਕੋਈ ਦੂਸਰੀ ਜਗ੍ਹਾ ਲੱਭਦੀ ਕੋਈ ਨਹੀਂ। ਮੈਨੂੰ ਨਹੀਂ ਦੂਸਰੀ ਜਗ੍ਹਾ ਕੋਈ ਵੀ ਲੱਭਦੀ ਕਿ ਕਿਸ ਦੇ ਅੱਗੇ ਮੈਨੂੰ ਪਤਾ ਹੈ ਕੇਵਲ ਤੇ ਕੇਵਲ ਬਚਾਉਣ ਵਾਲੇ ਤੁਸੀਂ ਹੋ। ਤੁਹਾਡੇ ਤੋਂ ਬਗੈਰ ਬਚਾ ਕੋਈ ਨਹੀਂ ਸਕਦਾ। ਅਵਰ ਨ ਸੂਝੈ ਦੂਜੀ ਠਾਹਰ ਹਾਰ ਕਰਿਓ ਤੋ ਦੁਆਰੀ। ਤੁਹਾਡੇ ਦੁਆਰ ਤੇ ਮੈਂ ਆਇਆ ਵਾਹਿਗੁਰੂ ਜੀ। ਪਿਆਰੂ ਆਲਮਗੀਰ ਦੀ ਧਰਤੀ ਹੈ ਜੋ ਇੱਥੇ ਕਹਿੰਦੇ ਇੱਕ ਲਾਗੇ ਪਿੰਡ ਹੈ,
ਉੱਥੇ ਰੋਜ਼ ਹੀ ਇੱਕ ਬੱਚਾ ਨਾ ਹਫ਼ਤੇਵਾਰੀ ਐਤਵਾਰ ਦੇ ਐਤਵਾਰ ਕਹਿੰਦੇ ਦੀਵਾਨ ਬੜਾ ਵੱਡਾ ਲੱਗਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਅਸਥਾਨ ਹੈ ਆਲਮਗੀਰ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਇੱਥੇ ਆਏ ਸਨ ਜਿਸ ਵੇਲੇ ਪਿਆਰੋ ਸਤਿਗੁਰੂ ਮਤਲਬ ਜੰਗ ਤੋਂ ਬਾਅਦ, ਚਮਕੌਰ ਦੀ ਜੰਗ ਤੋਂ ਬਾਅਦ ਇਸ ਪਾਸੇ ਨੂੰ ਗਏ ਨੇ, ਆਲਮਗੀਰ ਵਾਲੇ ਪਾਸੇ। ਹੁਣ ਕਹਿੰਦੇ ਇੱਥੇ ਰੋਜ਼ਾਨਾ ਇੱਕ ਸਿੱਖ ਬੱਚਾ ਕਹਿੰਦੇ ਆਪਣੇ ਘਰ ਤੋਂ ਜਾਂਦਾ ਦਰਸ਼ਨ ਦੀਦਾਰੀ ਕਰਨ ਵਾਸਤੇ, ਦਰਸ਼ਨ ਦੀਦਾਰੀ ਕਰਨ ਵਾਸਤੇ ਜਾਂਦਾ, ਪਰ ਉਹਦੇ ਹੱਥਾਂ ਉੱਤੇ ਕੋਈ ਰੋਗ ਹੋਇਆ ਪਿਆ ਸੀ। ਹੱਥਾਂ ਉੱਤੇ ਕੋਈ ਰੋਗ ਹੋਇਆ ਪਿਆ ਸੀ, ਉਹ ਠੀਕ ਨਹੀਂ ਸੀ ਹੁੰਦਾ। ਹੱਥ ਉਹਦੇ ਗਲਦੇ ਜਾਂਦੇ ਸਨ। ਜਵਾਨ ਬੱਚਾ ਪਰ ਉਹ ਸਤਿਗੁਰੂ ਦੇ ਦਰ ਤੇ ਜਾਇਆ ਕਰਦਾ ਸੀ। ਹੁਣ ਹਾਜ਼ਰੀ ਵੀ ਭਰਦਾ, ਪਰ ਹੱਥ ਹਾਲੇ ਠੀਕ ਕੋਈ ਨਹੀਂ ਹੋਏ। ਹੱਥ ਠੀਕ ਕੋਈ ਨਹੀਂ ਹੋਏ। ਬੜਾ ਇਲਾਜ ਕਰਵਾਇਆ ਕਿ ਕਿਧਰੇ ਇਹ ਗਲੇ ਹੋਏ ਹੱਥ ਠੀਕ ਹੋ ਜਾਵਣ। ਪਿਆਰੇ ਬੜੇ ਡਾਕਟਰਾਂ ਨੂੰ ਦਿਖਾਇਆ, ਬੜੇ ਹਕੀਮਾਂ ਨੂੰ ਦਿਖਾਇਆ ਕਿ ਕਿਧਰੇ ਇਹ ਹੱਥ ਠੀਕ ਹੋ ਜਾਣ, ਪਰ ਹੱਥ ਗਲਦੇ ਜਾਂਦੇ ਸਨ, ਠੀਕ ਨਹੀਂ ਸੀ। ਮਾਂ ਪਿਓ ਉਸ ਨੂੰ ਮੁੱਖ ਦੇ ਵਿੱਚ ਰੋਟੀ ਪਵਾ ਕੇ ਖਵਾਇਆ ਕਰਦੇ ਸਨ, ਬੁਰਕੀਆਂ ਉਸ ਨੂੰ ਮਾਂ ਪਿਓ ਦਿਆ ਕਰਦੇ ਸਨ। ਬੜੇ ਦੁਖੀ ਸਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਦਾ ਇਲਾਜ ਕੋਈ ਹੋ ਜਾਵੇ। ਜਦੋਂ ਕੋਈ ਇਲਾਜ ਨਾ ਹੋਇਆ ਤੇ ਫਿਰ ਇਹ ਸੰਤ ਬਾਬਾ ਆਨੰਦ ਸਿੰਘ ਜੀ ਹੁਣਾਂ ਦੇ ਕੋਲ ਗਏ। ਸੰਤ ਬਾਬਾ ਆਨੰਦ ਸਿੰਘ ਜੀ ਹੁਣਾਂ ਦੇ ਕੋਲ ਗਏ ਤੇ ਜਾ ਕੇ ਆਖਿਆ ਕਿ ਬਹੁਤ ਅਸੀਂ ਮਹਾਂਪੁਰਸ਼ੋਂ ਇਲਾਜ ਕਰਵਾਏ ਨੇ, ਪਰ ਇਹ ਬੱਚਾ ਸਾਡਾ ਠੀਕ ਨਹੀਂ ਹੋ ਰਿਹਾ। ਤੇ ਉਹਨਾਂ ਨੇ ਕਈ ਗੱਲ ਆਖਣ ਲੱਗੇ, ਆਲਮਗੀਰ ਗੁਰਦੁਆਰਾ 10ਵੇਂ ਪਾਤਸ਼ਾਹ ਦਾ ਤੁਹਾਡੇ ਨੇੜੇ ਹੈ, ਉੱਥੇ ਹਫ਼ਤੇ ਬਾਅਦ ਬੱਚੇ ਨੂੰ ਕਿਹਾ ਜਾਇਆ ਕਰੇਗਾ। ਕਹਿੰਦੀ ਇਹ ਰੋਜ਼ ਜਾਂਦਾ ਮਹਾਰਾਜ, ਹਾਜ਼ਰੀਆਂ ਭਰਦਾ ਹੈ। ਪਰ ਕਹਿੰਦੇ ਹੁਣ ਇਸ ਤਰ੍ਹਾਂ ਤੁਸੀਂ ਕਰਕੇ ਵੇਖੋ, ਹੁਣ ਤੁਸੀਂ ਇਸ ਤਰ੍ਹਾਂ ਕਰਕੇ ਵੇਖੋ। ਜਦੋਂ ਕਹਿੰਦੇ ਜਾਂਦਾ ਸੀ ਇਹ ਆਲਮਗੀਰ ਗੁਰਦੁਆਰੇ, ਕਹਿੰਦੇ ਰਸਤੇ ਦੇ ਵਿੱਚ ਖਾਂਦਾ ਪਤਾ ਕੀ ਸੀ? ਬੇਟਾ ਕਹਿੰਦੇ ਆਪੇ ਦੱਸ ਜਦੋਂ ਤੂੰ 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਾਂਦਾ ਸੀ, ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਸੀ, ਰਸਤੇ ਦੇ ਵਿੱਚ ਕੀ ਖਾ ਕੇ ਜਾਂਦਾ ਸੀ? ਕਹਿੰਦੇ ਬਾਬਾ ਜੀ ਜਦੋਂ ਮੈਂ ਜਾਂਦਾ ਹੁੰਦਾ ਸੀ, ਕਹਿੰਦੇ ਬਾਹਰ ਇੱਕ ਰੇਹੜੀ ਲੱਗੀ ਹੋਈ ਸੀ ਆਂਡਿਆਂ ਦੀ। ਕਹਿੰਦੇ ਆਂਡਿਆਂ ਦੀ ਰੇਹੜੀ ਸੜਕ ਤੇ ਲੱਗੀ ਹੋਈ ਆ ਕਰਦੀ ਸੀ, ਤੇ ਮੈਂ ਉੱਥੋਂ ਆਂਡੇ ਲੈ ਕੇ ਛਿੱਲ ਕੇ ਖਾ ਕੇ ਫੇਰ ਕਹਿੰਦੇ ਗੁਰਦੁਆਰੇ ਜਾਇਆ ਕਰਦਾ ਸੀ। ਕਹਿੰਦੇ ਹੱਥਾਂ ਦੇ ਨਾਲ ਛਿੱਲਦਾ ਸੀ ਨਾ ਅੰਡੇ। ਕਹਿੰਦੇ ਹੱਥਾਂ ਦੇ ਤੇਰੇ ਦੇ ਕਹਿੰਦੇ ਵੇਸੋ ਹੱਥ ਤੇਰੇ ਗਲ ਗਏ ਨੇ। ਗੁਰਦੁਆਰੇ ਜਦੋਂ ਜਾਣਾ, ਗੁਰੂ ਘਰ ਦੇ ਵਿੱਚ ਜਾਣਾ, ਪਿਆਰਿਓ ਅਸੀਂ ਸਮਝ ਲੈਣਾ ਕੋਈ ਨਹੀਂ ਬੁਰਸ਼ ਕਰ ਲਿਆ, ਜੋ ਕੁਝ ਮਰਜ਼ੀ ਖਾਧਾ ਹੋਵੇ ਤਾਂ ਕੀ ਆ। ਪੇਟ ਦੇ ਵਿੱਚ ਤੇ ਪਿਆਰਿਓ ਜੋ ਕੁਝ ਵੀ ਅਸੀਂ ਖਾਂਦੇ ਹਾਂ ਉਹ ਕਿਧਰੇ ਹੀ ਨਹੀਂ ਜਾਂਦਾ, ਭਾਵੇਂ ਡਾਈਜੈਸਟ ਵੀ ਹੋ ਜਾਵੇ ਫਿਰ ਵੀ ਸਾਡੇ ਪੇਟ ਦੇ ਵਿੱਚ ਹੀ ਹੈ। ਹੁਣ ਮਹਾਂਪੁਰਸ਼ ਆਖਣ ਲੱਗੇ, ਹੁਣ ਕਹੋ ਇਸ ਨੂੰ ਕਿ ਜਦੋਂ ਜਾਣਾ ਹੈ ਗੁਰੂ ਦਰਬਾਰ ਦੇ ਵਿੱਚ, ਘਰ ਤੋਂ ਜਾਣਾ ਸਿੱਧਾ ਗੁਰੂ ਦਰਬਾਰ ਹੀ ਜਾਣਾ, ਰਸਤੇ ਦਾ ਕੁਝ ਖਾਣਾ ਕੋਈ ਨਹੀਂ। ਰਸਤੇ ਦਾ ਤੇ ਵੈਸੇ ਵੀ ਕਹਿੰਦੀ ਕੁਝ ਨਹੀਂ ਖਾਣਾ, ਪਰ ਇਹ ਤੇ ਕਹਿੰਦੇ ਇਹੋ ਜਿਹਾ ਕਰਮ ਕਰ ਰਿਹਾ ਸੀ, ਇਹ ਤੇ ਗਲਤ ਕੰਮ ਕਰ ਰਿਹਾ ਸੀ। ਜਾਣਾ ਗੁਰੂ ਦਰਬਾਰ ਦੇ ਵਿੱਚ ਤੇ ਅੰਡੇ ਖਾ ਕੇ ਜਾਣਾ, ਤਾਂ ਹੀ ਕਹਿੰਦੇ ਇਹਦੇ ਹੱਥ ਗਲੇ। ਤਾਂ ਹੀ ਪਿਆਰੋ ਸਾਡੇ ਸਾਰਿਆਂ ਵਾਸਤੇ ਸਬਕ ਹੈ। ਜੇ ਕਿਸੇ ਨੂੰ ਨਾ ਪਤਾ ਹੋਵੇ ਨਾ ਤੇ ਇਹ ਜ਼ਰੂਰੀ ਹੈ ਗੁਰੂ ਦਰਬਾਰ ਦੇ ਵਿੱਚ ਜਾਣਾ, ਭਾਵੇਂ ਰਾਤ ਨੂੰ ਹੀ ਕਿਉਂ ਨਾ ਅਸੀਂ ਗਲਤ ਚੀਜ਼ਾਂ ਖਾਈਏ, ਪਰ ਫਿਰ ਵੀ ਸਾਡੇ ਪੇਟ ਦੇ ਵਿੱਚ ਖਾਣਾ ਹੀ ਸਾਡਾ ਤਬਦੀਲ ਹੋ ਜਾਵੇ। ਪਿਆਰੋ ਜਦੋਂ ਗੁਰੂ ਘਰ ਦੇ ਵਿੱਚ ਆਉਣਾ, ਸਾਡਾ ਅਨੁਪ ਆਹਾਰ ਸੁਲਭ ਸੀ ਨਿੰਦਰਾ, ਦਇਆ ਸ਼ਿਮਾ ਧਨ ਪ੍ਰੀਤ, ਇੱਕ ਦੇ ਘੱਟ ਖਾਣਾ ਹੋਵੇ ਤੇ ਇੱਕ ਜੋ ਕੁਝ ਅਸੀਂ ਖਾਂਦੇ ਹਾਂ ਉਹ ਖਾਣ ਦੇ ਯੋਗ ਹੋਵੇ, ਜੀਆਂ ਨੂੰ ਮਾਰ ਕੇ ਖਾਣ ਵਾਲਾ ਨਾ ਹੋਵੇ, ਐਸਾ ਨਾ ਹੋਵੇ। ਕਹਿੰਦੇ ਹੁਣ ਹਾਜ਼ਰੀ ਭਰੋ, ਤੁਸੀਂ ਹਾਜ਼ਰੀ ਭਰੋ, ਹਫ਼ਤਾਵਾਰੀ ਐਤਵਾਰ ਜਾਣਾ ਹੈ, ਜਾ ਕਰਕੇ ਇਸ਼ਨਾਨ ਕਰਨਾ ਸਰੋਵਰ ਦੇ ਵਿੱਚ, ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਕਿ ਸਤਿਗੁਰੂ ਜੀ ਪਿਛਲੀਆਂ ਭੁੱਲਾਂ ਨੂੰ ਖਿਮਾ ਕਰਨਾ, ਅਗਾਂਹ ਤੋਂ ਸਮਤ ਬਖਸ਼ਿਸ਼ ਕਰੋ, ਮੈਂ ਇਸ ਤਰੀਕੇ ਨਾਲ ਹੁਣ ਕਦੇ ਨਹੀਂ ਆਵਾਂਗਾ। ਇਸ ਤਰੀਕੇ ਦੇ ਨਾਲ ਮੈਂ ਗਲਤ ਚੀਜ਼ ਕੋਈ ਖਾ ਕੇ, ਮੀਟ ਖਾ ਕੇ, ਸ਼ਰਾਬ ਪੀ ਕੇ ਜਾਂ ਅੰਡਾ ਖਾ ਕੇ ਗੁਰੂ ਦਰਬਾਰ ਦੇ ਵਿੱਚ ਮੈਂ ਨਹੀਂ ਆਵਾਂਗਾ। ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਤੇ ਰਹਿਮਤ ਕਰੋ।
ਤੇ ਪਿਆਰਿਓ 2-3 ਵੀਕਾਂ ਗਿਆ, 2-3 ਹਫ਼ਤੇ ਗਿਆ ਤੇ ਜਿਹੜੇ ਗਲੇ ਹੋਏ ਹੱਥ ਸਨ ਉਹ ਬਿਲਕੁਲ ਠੀਕ ਹੋ ਗਏ। ਇਲਾਜ ਦਾ ਪਤਾ ਲੱਗ ਗਿਆ। ਅਵਰ ਨ ਸੂਝੇ ਦੂਜੀ ਚਾਹਰ, ਦੂਜੀ ਜਗ੍ਹਾ ਕੋਈ ਨਹੀਂ ਪਰ ਸਾਨੂੰ ਜਾਣ ਦਾ ਪਤਾ ਲੱਗ ਜਾਵੇ। ਦੂਜੀ ਜਗ੍ਹਾ ਕੋਈ ਨਹੀਂ ਪਰ ਸਾਨੂੰ ਜਾਣ ਦਾ ਪਤਾ ਲੱਗ ਜਾਵੇ। ਜਾਣਾ ਗੁਰੂ ਦਰਬਾਰ ਦੇ ਅੰਦਰ ਕਿਸ ਤਰ੍ਹਾਂ, ਜਿਨ੍ਹਾਂ ਦੇ ਮਨ ਅੰਦਰ ਆਸਥਾ ਹੈ, ਜਿਨ੍ਹਾਂ ਦੇ ਮਨ ਅੰਦਰ ਪਿਆਰੂ ਪ੍ਰਭੂ ਦਾ ਡਰ ਹੈ। ਇੱਕ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਵੇਲੇ ਦੀ ਘਟਨਾ ਆਉਂਦੀ ਹੈ। ਸਹਾਂਸ ਪਿੰਡ ਦੇ ਰਹਿਣ ਵਾਲਾ, ਜਿਸ ਨੂੰ ਕਹਿੰਦੇ ਚਾਚਾ ਫੱਗੂ, ਉਸ ਨੂੰ ਚਾਚਾ ਫੱਗੂ ਕਿਹਾ ਕਰਦੇ ਸਨ ਸਾਰੇ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਦਰਬਾਰ ਵਾਸਤੇ, ਗੁਰੂ ਦਰਬਾਰ ਵਾਸਤੇ ਉਹ ਪਿਆਰਿਓ ਕਾਰ ਸੇਵਾ ਇਕੱਠੀ ਕਰਿਆ ਕਰਦਾ ਸੀ। ਕਾਰ ਸੇਵਾ ਇਕੱਠੀ ਕਰਿਆ ਕਰਦਾ ਸੀ। ਜੋ ਕਿਸੇ ਨੇ ਦੇਣਾ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਹੁੰਡੀ ਬਣਾ ਕੇ ਜਾਂ ਭੇਜ ਦੇਣਾ, ਕਿਸੇ ਵੀ ਤਰੀਕੇ ਦੇ ਨਾਲ ਭੇਜ ਦੇਣਾ। ਹੁਣ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਿਆਰਿਓ ਇਸ ਪਿੰਡ ਵਾਲੇ ਪਾਸੇ ਨੂੰ ਆ ਰਹੇ ਸਨ। ਇਹ ਜਿਹੜਾ ਸਹੰਸ ਪਿੰਡ ਸੀ, ਸਹੰਸ ਰਾਮ ਪਿੰਡ ਕਹਿੰਦੇ, ਇਸ ਪਾਸੇ ਨੂੰ ਆ ਰਹੇ ਸਨ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਮਾਤਾ ਨਾਨਕੀ ਜੀ ਵੀ ਸਨ, ਮਾਤਾ ਗੁਜਰੀ ਜੀ ਵੀ ਸਨ। ਇਹ ਪਿਆਰਿਓ ਹੋਰ ਵੀ ਸਿੱਖ ਸਨ। ਤਾਰਿਆ ਜਹਾਨ ਰਹਿਆ ਅਭਿਮਾਨ ਤਾਰਨ ਵਾਸਤੇ। ਸਤਿਗੁਰੂ ਜਿਸ ਵੇਲੇ ਆ ਰਹੇ ਨੇ ਤੇ ਸਿੱਖਾਂ ਨੂੰ ਆਖਿਆ ਇਸ ਪਿੰਡ ਜਾਣਾ ਹੈ ਅਸੀਂ। ਪਿਆਰਿਓ ਇਹ ਜਿਹੜਾ ਫੱਗੂ ਚਾਚਾ ਜਿਸ ਨੂੰ ਕਿਹਾ ਕਰਦੇ ਸਨ, ਕਾਰ ਸੇਵਾ ਕਰਦਾ ਸੀ, ਇਹਦੇ ਮਨ ਦੇ ਵਿੱਚ ਗੱਲ ਪਤਾ ਕੀ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਆਉਣ ਤੇ ਘੋੜੇ ਸਮੇਤ ਮੇਰੇ ਘਰ ਦੇ ਵਿੱਚ ਆਉਣ। ਇਸ ਨੇ ਦਰਵਾਜ਼ਾ ਬਹੁਤ ਵੱਡਾ ਰੱਖਿਆ ਹੋਇਆ ਸੀ। ਕਹਿੰਦੇ ਜਦੋਂ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਉਣ ਤੇ ਮੇਰੇ ਘਰ ਦੇ ਵਿੱਚ ਘੋੜੇ ਸਮੇਤ, ਘੋੜੇ ਉੱਤੇ ਅਸਵਾਰ ਹੋ ਕੇ ਆਉਣ, ਘੋੜੇ ਉੱਤੇ ਅਸਵਾਰ ਹੋ ਕੇ ਆਉਣ, ਉਹਨਾਂ ਨੂੰ ਉਤਰਨਾ ਨਾ ਪਵੇ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਅੱਜ ਆਏ ਤੇ ਫੱਗੂ ਦੇ ਭਾਈ ਫੱਗੂ ਦੇ ਘਰ ਦੇ ਵਿੱਚ ਪਿਆਰਿਓ ਜਿਸ ਵੇਲੇ ਆਏ, ਘੋੜੇ ਸਮੇਤ ਹੀ ਆਏ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਜਦੋਂ ਮੁਬਾਰਕ ਚਰਨ ਭਾਈ ਫੱਗੂ ਦੇ ਘਰ ਦੇ ਵਿੱਚ ਪਾਏ ਨੇ ਤੇ ਸਤਿਗੁਰੂ ਕਹਿੰਦੇ, ਭਾਈ ਫੱਗੂ ਅਸੀਂ ਬਹੁਤਾ ਸਮਾਂ ਨਹੀਂ ਠਹਿਰਨਾ ਇੱਥੇ। ਤੂੰ ਗੁਰੂ ਦਰਬਾਰ ਦੀ ਕਾਰ ਸੇਵਾ, ਜਿਹੜੀ ਕਾਰ ਭੇਟਾ ਇਕੱਠੀ ਕੀਤੀ ਹੈ, ਉਹ ਸਾਨੂੰ ਦੇ ਤੇ ਅਸੀਂ ਜਾਈਏ। ਸਤਿਗੁਰਾਂ ਦੇ ਅੱਗੇ ਜਿਤਨੀ ਵੀ ਕਾਰ ਸੇਵਾ ਪਿਆਰਿਓ ਇਕੱਤਰ ਕੀਤੀ ਹੋਈ ਸੀ ਉਹ ਸਾਰੀ ਰੱਖ ਦਿੱਤੀ। ਜਿਤਨੀ ਵੀ ਕਾਰ ਸੇਵਾ ਆਈ, ਸੰਗਤਾਂ ਨੇ ਜਿਤਨਾ ਵੀ ਦਸਵੰਧ ਆਪਣਾ ਦਿੱਤਾ ਹੋਇਆ ਸੀ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ। ਇੱਕ ਪਾਈ ਵੀ ਵਿੱਚੋਂ ਨਹੀਂ ਸੀ ਰੱਖਿਆ ਕਰਦਾ, ਇੱਕ ਥੈਲੀ ਵੀ ਵਿੱਚੋਂ ਨਹੀਂ ਸੀ ਰੱਖਿਆ ਕਰਦਾ। ਬਿਲਕੁਲ ਜਿਤਨੀ ਭੇਟਾ ਪਾਉਣੀ ਸਾਰੀ ਗੁਰੂ ਦਰਬਾਰ ਦੇ ਵਿੱਚ ਪਹੁੰਚਾ ਦੇਣੀ। ਪਿਆਰਿਓ ਗੁਰੂ ਨਾਨਕ ਦੇ ਚਰਨਾਂ ਦਾ ਭੋਰਾ ਸਾਰੀ ਭੇਟਾ ਰੱਖ ਦਿੱਤੀ। ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ